ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਨੰਦਪੁਰ ਸਾਹਿਬ ਦੇ ਇਲਾਕੇ ਦਾ ਅਣਗੌਲਿਆ ਸਿੱਖ ਇਤਿਹਾਸ ਭਾਗ ਦੂਜਾ। ਇਸ ਕੜੀ ਨੂੰ ਜੋੜਨ ਦੇ ਲਈ ਸਾਡੇ ਚੈਨਲ ਦੇ ਉੱਤੇ ਜ਼ਰੂਰ ਜਾਓ ਤੇ ਦੇਖੋ ਇਸ ਦਾ ਪਹਿਲਾ ਭਾਗ। ਜੇਕਰ ਗੱਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਤੀ ਜਾਵੇ, ਕਿਉਂਕਿ ਉਹਨਾਂ ਨੇ ਕੀਰਤਪੁਰ ਸਾਹਿਬ ਰਹੇ ਨੇ, ਕਿਸ ਤਰੀਕੇ ਨਾਲ ਉਹਨਾਂ ਦਾ ਕੀ ਉਦੇਸ਼ ਸੀ ਵੀ ਜਿਹੜਾ ਉਹਨਾਂ ਨੇ ਕੀਰਤਪੁਰ ਸਾਹਿਬ ਆ ਕੇ ਬਸੇ ਨੇ ਅਤੇ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਕੀਤਾ ਜੀ? ਹਾਂਜੀ, ਇਹ ਬਹੁਤ ਅਹਿਮ ਸਵਾਲ ਹੈ ਜੀ ਕਿ ਦਲ ਭੰਜਨ ਗੁਰੂ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਮੀਰੀ ਪੀਰੀ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ। ਕਿਉਂਕਿ ਹਿੰਦੁਸਤਾਨ ਦੀ ਧਰਤੀ 'ਤੇ ਮੁਗਲ ਹਕੂਮਤ ਨੇ ਗੁਲਾਮ ਦੇਸ਼ ਦੇ ਗੁਲਾਮ ਵਾਸੀਆਂ ਦੇ ਲਈ ਬੜੀਆਂ ਪਾਬੰਦੀਆਂ ਲਾਈਆਂ ਸੀ ਕਿ ਕੋਈ ਵੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਸ਼ਸਤਰ ਨਹੀਂ ਪਹਿਨ ਸਕਦਾ, ਤਖਤ ਨਹੀਂ ਬਣਾ ਸਕਦਾ, 3 ਫੁੱਟ ਉੱਚਾ ਥੜਾ ਬਣਾ ਕੇ ਕੋਈ ਹਿੰਦੁਸਤਾਨੀ ਆਪਣੇ ਘਰ ਦੇ ਵਿੱਚ ਨਹੀਂ ਬੈਠ ਸਕਦਾ ਸੀ। ਇੱਦਾਂ ਦੇ ਉਸ ਵੇਲੇ ਆਰਡਰ ਹੋਏ ਵੀ ਸੀ। ਪਰ ਅਣਖ, ਇੱਜ਼ਤ ਤੇ ਗੈਰਤੀ ਦੀ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਾਵਨ ਬਾਣੀ ਪਾਵਨ ਸਿਧਾਂਤਾਂ ਵਿੱਚ ਦੱਸਿਆ ਸੀ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹਨਾਂ ਸਿਧਾਂਤਾਂ ਨੂੰ 5ਵੇਂ ਜਾਮੇ ਤੱਕ ਪ੍ਰਚਾਰਿਆ। ਅੰਤ ਸਮੇਂ ਦੀ ਹਕੂਮਤ ਨੇ ਆਪਣੇ ਖਿਲਾਫ ਬਗਾਵਤ ਸਮਝ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ 'ਤੇ ਬਿਠਾ ਕੇ ਉਬਲਦੀ ਦੇਗ ਵਿੱਚ ਉਬਾਲ ਕੇ ਤੱਤੀ ਰੇਤ ਸੀਸ 'ਤੇ ਪਾ ਕੇ 6 ਮਈ ਸੰਨ 1630 ਈਸਵੀ ਨੂੰ ਸ਼ਹੀਦ ਕਰ ਦਿੱਤਾ। ਸੋ ਕੁਦਰਤੀ ਗੱਲ ਸੀ, ਉਹਨਾਂ ਨੇ ਇਸ ਲਹਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ, ਜਿਹੜੇ 11 ਸਾਲ ਦੀ ਉਮਰ ਦੇ ਵਿੱਚ ਗੱਦੀ 'ਤੇ ਬੈਠੇ। ਪਰ ਜੋਤ ਵਹਾ ਜੁਗਤ ਸਾਏ, ਸਹਿਕਾਇਆ ਫੇਰ ਪਲਟੀਏ। ਜੋ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਸੀ ਗੁਰੂ ਹਰਗੋਬਿੰਦ ਸਾਹਿਬ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਕਿ ਅਸੀਂ ਵੀ ਅਣਖ, ਇੱਜ਼ਤ ਅਤੇ ਗੈਰਤ ਦੇ ਨਾਲ ਜ਼ਿੰਦਗੀ ਜਿਉਣਾ ਆਪਣਾ ਫਰਜ਼ ਸਮਝਦੇ ਹਾਂ ਅਤੇ ਦੇਸ਼ ਵਾਸੀਆਂ ਨੂੰ ਬਾਹਰਲੇ ਲੋਕੀ ਆ ਕੇ ਦਬਾ ਰਹੇ ਨੇ, ਇਸ ਲਈ ਅਸੀਂ ਅਣਖ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਹੁਕਮਨਾਮਾ ਜਾਰੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਇੱਕ ਵਾਰ ਨਹੀਂ, ਅਨੇਕਾਂ ਵਾਰ ਕਿ ਜਬ ਹਮਰੇ ਦਰਸ਼ਨ ਕੋ ਆਵੋ, ਹੋਏ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਕਾਈ। ਸੋ ਦਿੱਲੀ ਦੇ ਤਖਤ ਨਾਲ ਉੱਚਾ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ, ਜਿੱਥੇ ਮੁਗਲ ਸਰਕਾਰ ਆਪਣੇ ਲਈ ਕੁਤਬ ਮੀਨਾਰ ਵਰਗੀਆਂ 9-9 ਮੰਜ਼ਿਲਾਂ ਜਿਹੜੇ ਆ ਬਿਲਡਿੰਗਾਂ ਬਣਾ ਸਕਦੇ ਸੀ। ਉੱਥੇ ਹਿੰਦੁਸਤਾਨੀਆਂ ਨੂੰ ਚੁਬਾਰਾ ਬਣਾ ਕੇ ਰਹਿਣ ਦੀ ਇਜਾਜ਼ਤ ਨਹੀਂ ਸੀ ਕਿ ਦੂਜੀ ਮੰਜ਼ਿਲ ਨਹੀਂ ਤੁਸੀਂ ਪਾ ਸਕਦੇ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬੇਟੇ ਬਾਬਾ ਅਟਲ ਰਾਏ ਦੀ ਯਾਦ ਦੇ ਵਿੱਚ ਉਹ ਕੁਤਬ ਮੀਨਾਰ ਨਾਲੋਂ ਵੀ ਉੱਚਾ ਬਾਬਾ ਅਟਲ ਰਾਏ ਗੁਰਦੁਆਰਾ ਵੀ ਨਿਰਮਿਤ ਕੀਤਾ। ਫੌਜਾਂ ਬਣਾਈਆਂ, ਘੋੜਿਆਂ ਦੀ ਸਵਾਰੀ, ਘੋੜ ਸਵਾਰੀ, ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ ਅਤੇ ਇੱਕ ਕਿਸਮ ਦੀ ਆਪਣੀ ਫੌਜ ਤਿਆਰ ਕਰ ਲਈ। ਕੁਦਰਤੀ ਗੱਲ ਸੀ, ਹਕੂਮਤ ਨੂੰ ਵਕਤ ਪੈ ਗਿਆ ਅਤੇ ਹਕੂਮਤ ਨੇ ਧੋਖੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਬੁਲਾਇਆ ਅਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ। ਆਗਰੇ ਤੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਬਾਦਸ਼ਾਹ ਜਹਾਂਗੀਰ ਨੇ। ਉਹਦੇ ਬਾਅਦ ਸ਼ਾਹਜਹਾਨ ਦਿੱਲੀ ਦੇ ਤਖਤ 'ਤੇ ਬੈਠਾ ਹੈ। ਸ਼ਾਹਜਹਾਨ ਦੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਗਿਆ ਸੀ ਅਤੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਉਸ ਵੇਲੇ 52 ਰਾਜੇ, ਜਿਨ੍ਹਾਂ ਵਿੱਚ ਆ 22 ਧਾਰ ਦੇ ਪਹਾੜੀ ਰਾਜੇ ਵੀ ਕਈ ਸੀ, ਨਾਲਾਗੜ੍ਹ ਦਾ ਰਾਜਾ ਵੀ ਵਿੱਚ ਸੀ, ਬਿਲਾਸਪੁਰ ਦਾ ਰਾਜਾ ਵੀ ਵਿੱਚ ਸੀ, ਇੱਦਾਂ ਦੀਆਂ ਕਈ ਰਿਆਸਤਾਂ ਦੇ ਰਾਜੇ, ਸਰਹੰਦ ਦਾ ਨਵਾਬ ਵੀ ਉੱਥੇ ਕੈਦ ਸੀ। ਇਹ ਵੱਡੇ ਰਾਜੇ 52 ਸੀ। ਇਤਿਹਾਸਕਾਰ ਕਹਿੰਦੇ ਛੋਟੇ ਛੋਟੇ ਰਜਵਾੜੇ ਉਹ 51 ਮਿਲਾ ਕੇ 103 ਰਾਜੇ ਜਿਹੜੇ ਸੀ ਨਾ, ਉਹ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਹੋਏ ਸੀ। ਦਰਅਸਲ ਗੁਰੂ ਹਰਗੋਬਿੰਦ ਸਾਹਿਬ ਨੂੰ ਧੋਖਾ ਤਾਂ ਕਿਹਨੇ ਦੇਣਾ ਸੀ, ਉਹ ਤਾਂ ਘਟ ਕੇ ਅੰਤਰ ਕੀ ਜਾਨ ਸੀ। ਸੱਚੇ ਪਾਤਸ਼ਾਹ ਨੇ ਬੰਦੀ ਛੋੜ ਦੇ ਰੂਪ ਵਿੱਚ ਇੱਕ ਨਵਾਂ ਇਤਿਹਾਸ ਸਿਰਜਣਾ ਸੀ। ਸੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਾ ਕੇ ਉਹਨਾਂ ਨੂੰ ਧਰਾਸ ਬਣਵਾਇਆ ਅਤੇ ਹੌਲੀ ਹੌਲੀ ਐਸਾ ਸਿੱਖੀ ਦਾ ਪ੍ਰਚਾਰ ਉਹਨਾਂ ਰਾਜਿਆਂ 'ਚ ਕੀਤਾ ਕਿ ਉਹ ਵੀ ਅਣਖ, ਇੱਜ਼ਤ, ਗੈਰਤ ਦੇ ਨਾਲ ਜ਼ਿੰਦਗੀ ਜਿਉਣ ਦੇ ਸਮਰੱਥ ਹੋ ਗਏ। 2.5 ਸਾਲ ਦਾ ਸਮਾਂ, ਕੋਈ 3 ਸਾਲ ਲਿਖਦਾ ਹੈ, ਕੋਈ ਵੱਧ ਲਿਖਦਾ, ਕੋਈ ਘੱਟ, ਪਰ ਅਨੁਮਾਨ ਦੇ ਮੁਤਾਬਕ 2.5 ਸਾਲ ਦਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਉੱਥੇ ਕੈਦ ਰੱਖਿਆ ਗਿਆ। ਜਲਦੀ ਹੋਈ ਬਾਦਸ਼ਾਹ ਜਹਾਂਗੀਰ ਬਹੁਤ ਬਿਮਾਰ ਹੋ ਗਿਆ ਸੀ ਅਤੇ ਉਹਨੂੰ ਰਿਹਾ ਕਰਾਉਣ ਵਾਸਤੇ, ਉਹਨੂੰ ਤੰਦਰੁਸਤੀ ਕਰਨ ਵਾਸਤੇ ਬਾਦਸ਼ਾਹ ਜਿਹੜਾ ਹੈ ਉਹ ਲਾਹੌਰ ਸਾਈਂ ਮੀਰ ਜੀ ਦੇ ਕੋਲ ਪਹੁੰਚਿਆ ਕਿ ਦੁਆ ਕਰਾਈ ਜਾਵੇ। ਸਾਈਂ ਮੀਆਂ ਮੀਰ ਜੀ ਅਤੇ ਲਾਹੌਰ ਦਰਬਾਰ ਦੇ ਵਜ਼ੀਰ ਖਾਂ ਵਰਗੇ ਜਿਹੜੇ ਚੰਗੇ ਅਧਿਕਾਰੀ ਸੀ, ਇਹ ਪਹਿਲਾਂ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਭਾਵ ਥੱਲੇ ਸੀ। ਸੋ ਸਾਈਂ ਮੀਆਂ ਮੀਰ ਜੀ ਨੇ ਉਸ ਵੇਲੇ ਦੱਸਿਆ ਕਿ ਬਾਦਸ਼ਾਹ ਤੇਰੀ ਕਵਖਤੀ ਆ ਗਈ ਹੈ, ਤੂੰ ਖੁਦਾ ਦਾ ਰੂਪ
ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਹੋਇਆ ਹੈ ਤੇ ਤੂੰ ਬਚ ਨਹੀਂ ਸਕਦਾ। ਜੀ ਤੇ ਉਹਦੀ ਬੇਗਮ ਨੂੰ ਵੀ ਸਮਝਾਇਆ ਉਸ ਵੇਲੇ ਕਿ ਜੇ ਬਚਣਾ ਚਾਹੁੰਦਾ ਹੈ, ਇਹ ਸ਼ਾਹਜਹਾਨ ਦੇ ਵੇਲੇ ਦੀ ਗੱਲ ਹੈ ਜੇ ਮੈਂ ਗਲਤ ਨਾ ਹੋਵਾਂ, ਤੇ ਸ਼ਾਹ ਮੁਮਤਾਜ਼ ਮਹਿਲ ਨੂੰ ਵੀ ਸਮਝਾਇਆ। ਅੰਤ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਕਰਨ ਦਾ ਉਹਨੇ ਫੈਸਲਾ ਕਰ ਲਿਆ। ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਰਤ ਲਾ ਦਿੱਤੀ ਕਿ ਮੈਂ ਉਦੋਂ ਤੱਕ ਰਿਹਾ ਨਹੀਂ ਹੋਵਾਂਗਾ ਜਦੋਂ ਤੱਕ ਇਹਨਾਂ ਨਿਰਦੋਸ਼ ਰਾਜਿਆਂ ਨੂੰ ਵੀ, ਜਿਨ੍ਹਾਂ ਨੂੰ ਕੈਦ ਕੀਤਾ ਗਿਆ, ਉਹਨਾਂ ਨੂੰ ਰਿਹਾ ਨਹੀਂ ਕਰ ਦਿੰਦੇ। ਸੋ ਜਿਹੜੇ ਛੋਟੇ ਮੋਟੇ ਰਜਵਾੜੇ ਸੀ ਉਹਨਾਂ ਨੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਾਰਿਸ਼ ਕਰਕੇ ਵੈਸੇ ਹੀ ਬਾਦਸ਼ਾਹ ਨੇ ਰਿਹਾ ਕਰ ਦਿੱਤਾ। ਪਰ ਜਿਹੜੇ ਵੱਡੇ ਰਾਜੇ, ਉਹਨਾਂ ਨੂੰ ਕਹਿੰਦਾ ਸੀ ਇਹ ਵੱਡੇ ਕੈਦੀ ਨੇ, ਇਹ ਤਾਂ ਹੀ ਛੱਡੇ ਜਾਣਗੇ ਵੀ ਤੁਹਾਡੇ ਚੋਲੇ ਦੀਆਂ ਕਲੀਆਂ ਜਿਹੜਾ ਫੜ ਕੇ ਬਾਹਰ ਨਿਕਲ ਜਾਏਗਾ ਤੇ ਉਹਨੂੰ ਰਿਹਾ ਕਰ ਦਿੱਤਾ ਜਾਏਗਾ। ਉਹਨੇ ਇੱਕ ਸ਼ਰਤ ਲਾਤੀ, ਗੁਰੂ ਹਰਗੋਬਿੰਦ ਸਾਹਿਬ ਵੀ ਜਾਣੀ ਜਾਣ ਸਨ, ਤੇ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਬਣਾਇਆ ਤੇ 52 ਰਾਜਿਆਂ ਨੂੰ ਇੱਕ ਇੱਕ ਨੂੰ ਫੜਾ ਕੇ ਉਹਨਾਂ ਸਾਰੇ ਰਾਜਿਆਂ, ਨਵਾਬਾਂ ਤੇ ਰਜਵਾੜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਰਿਹਾ ਕਰਵਾਇਆ। ਤੇ ਉਹ ਰਿਹਾ ਕਰਵਾ ਕੇ ਉਹ ਆਪਣੇ ਆਪਣੇ ਪਿੰਡ ਭੇਜੇ। ਗੁਰੂ ਪਾਤਸ਼ਾਹ ਹੌਲੀ ਹੌਲੀ ਮੁਕਤਸਰ ਪਿੰਡ ਮੱਲਾ ਉਹਨਾਂ ਦੀ ਜੋ ਬੇਟੀ ਸੀ, ਉਸ ਰਸਤੇ ਤੋਂ ਹੋ ਕੇ ਸੱਚੇ ਪਾਤਸ਼ਾਹ ਫਿਰ ਅਕਾਲ ਤਖਤ ਸਾਹਿਬ ਤੇ ਫਰਵਰੀ ਵਿੱਚ ਪਹੁੰਚੇ ਨੇ। ਫਰਵਰੀ ਮਹੀਨਾ ਸੀ ਤੇ ਜੋ ਦੀਵਾਲੀ ਦੀ ਗੱਲ ਕਿ ਦੀਪਮਾਲਾ ਕੀਤੀ ਤਾਦਕ ਸਾਖੀਆਂ ਜਿਹੜੀਆਂ ਇਹ ਦੱਸਦੀਆਂ ਕਿ ਸੰਗਤਾਂ ਦੀ ਖੁਸ਼ੀਆਂ ਮਨਾਈਆਂ। ਤੇ ਉਹਨਾਂ ਵਿੱਚ ਹੀ ਜਿਹੜਾ ਬਿਲਾਸਪੁਰ ਦਾ ਰਾਜਾ ਸੀ ਕਲਿਆਣ ਚੰਦ, ਉਹ ਕਲਿਆਣ ਚੰਦ ਵੀ ਰਿਹਾ ਕਰਵਾਇਆ ਗਿਆ ਸੀ। ਉਦੋਂ ਤੋਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਸ਼ਰਧਾਲੂ ਬਣ ਗਿਆ ਸੀ। ਤੁਸੀਂ ਕੋਈ ਸਵਾਲ ਕਰਨਾ ਚਾਹੁੰਦੇ ਕਰ ਲਓ। ਜੇਕਰ ਗੱਲ ਅੱਗੇ ਇਸ ਇਤਿਹਾਸ ਨੂੰ ਤੋਰੀਏ, ਗੁਰੂ ਹਰਰਾਏ ਜੀ, ਗੁਰੂ ਹਰਕ੍ਰਿਸ਼ਨ ਜੀ ਦੇ ਸਮੇਂ ਜਿਹੜੀ ਧਾਰਮਿਕ ਸਥਿਤੀ ਹੈ ਜਿਹੜੀ ਅਨੰਦਪੁਰ ਸਾਹਿਬ ਦੀ ਜਾਂ ਕੀਰਤਪੁਰ ਸਾਹਿਬ ਦੀ ਇਲਾਕੇ ਦੀ, ਉਹ ਕਿਵੇਂ ਦੀ ਰਹੀ ਹੈ ਜੀ? ਮੈਂ ਚਾਹੁੰਦਾ ਵੀ ਗੁਰੂ ਹਰਰਾਏ ਸਾਹਿਬ ਤੱਕ ਪਹੁੰਚਣ ਤੋਂ ਪਹਿਲਾਂ ਇੱਕ ਕੀਰਤਪੁਰ ਸਾਹਿਬ ਕਿਵੇਂ ਵਸ ਗਿਆ, ਬਿਲਕੁਲ ਇਹ ਸਵਾਲ ਸ਼ਾਇਦ ਤੁਹਾਡੇ ਜ਼ਿਹਨ ਵਿੱਚੋਂ ਨਿਕਲ ਗਿਆ। ਤੇ ਉਹ ਵੀ ਮੈਂ ਦੱਸ ਦੇਵਾਂ ਕਿ ਬਾਦਸ਼ਾਹ ਇੱਕ ਵਾਰੀ ਕਲਾਨੌਰ ਆਇਆ ਹੈ ਤੇ ਕਲਾਨੌਰ ਆ ਕੇ ਉਹਨੇ ਹੁਕਮ ਕੀਤਾ ਸਾਰੀਆਂ ਪਹਾੜੀ ਰਿਆਸਤਾਂ ਜਿਹੜੀਆਂ ਨਾ ਉਹ ਸਾਡੇ ਕੋਲ ਟੈਕਸ ਜਮ੍ਹਾਂ ਕਰਾਓ ਆ ਕੇ। ਸੋ ਕੁਦਰਤੀ ਗੱਲ ਕਈ ਸਾਲਾਂ ਤੋਂ ਬਾਅਦ ਰਿਹਾ ਹੋਏ ਸੀ। ਇਹ ਪਹਾੜੀ ਰਾਜਿਆਂ ਵਿੱਚ ਰਾਜਾ ਕਲਿਆਣ ਚੰਦ ਵੀ ਜਿਹੜਾ ਹੈ ਉਹ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਗਿਆ ਹੈ ਔਰ ਆਪਣਾ ਟੈਕਸ ਜਮ੍ਹਾਂ ਕਰਵਾ ਕੇ ਉਹਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਵਿਖੇ ਹੀ ਹਨ। ਇਸ ਲਈ ਉਹ ਗੁਰੂ ਪਾਤਸ਼ਾਹ ਦੇ ਦਰਸ਼ਨ ਤੇ ਸ਼ੁਕਰਾਨਾ ਕਰਨ ਦੇ ਲਈ ਆਪ ਆਪਣੇ ਦਰਬਾਰੀਆਂ ਸਮੇਤ ਪਹੁੰਚਿਆ ਤੇ ਨਾਲ ਹੀ ਉੱਥੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਇਲਾਕੇ ਵਿੱਚ ਵੀ ਧਰਮ ਪ੍ਰਚਾਰ ਦਾ ਸੈਂਟਰ ਬਣਾਓ ਤੇ ਮੈਂ ਚਾਹੁੰਦਾ ਹਾਂ ਕਿ ਜਿੰਨੀ ਜਾਇਦਾਦ ਤੁਹਾਨੂੰ ਚਾਹੀਦੀ, ਜਿੰਨੀ ਵੀ ਜ਼ਮੀਨ ਚਾਹੀਦੀ ਹੈ ਉਹ ਮੈਂ ਦੇ ਦਾਂਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਵਰਗੇ, ਭਾਈ ਵਿਧੀ ਚੰਦ ਜੀ ਵਰਗੇ 5 ਸਿੱਖ ਜਿਹੜੇ ਨੇ, ਬਾਬਾ ਗੁਰਦਿੱਤਾ ਜੀ ਆਪਣੇ ਵੱਡੇ ਸਾਹਿਬਜ਼ਾਦੇ ਦੀ ਅਗਵਾਈ 'ਚ 1627 ਈਸਵੀ ਨੂੰ ਕੀਰਤਪੁਰ ਸਾਹਿਬ ਇਸ ਧਰਤੀ ਤੇ ਪਹੁੰਚੇ। ਇਹ ਕੀਰਤਪੁਰ ਸਾਹਿਬ ਦਰਅਸਲ 5 ਪਿੰਡਾਂ ਦੀ ਜ਼ਮੀਨ ਹੈ ਤੇ 5 ਪਿੰਡਾਂ ਦੇ ਵਿੱਚ ਇਹ ਜੀਓਵਾਲ ਵਿੱਚ ਪੈਂਦਾ, ਸ਼ਾਇਦ ਕਲਿਆਣਪੁਰ ਵਿੱਚ ਬਾਬਾ ਬੁੱਢਨ ਸ਼ਾਹ ਜੀ ਦਾ ਜਿਹੜਾ ਸਥਾਨ ਹੈ ਤੇ ਭਗਵਾਲਾ ਵਿੱਚ ਪੈਂਦਾ ਹੈ ਚਰਨ ਕਮਲ ਸਾਹਿਬ। ਇੱਦਾਂ ਹੀ ਵੱਖ-ਵੱਖ ਪਿੰਡਾਂ ਜੀਓਵਾਲ, ਕਲਿਆਣਪੁਰ ਤੇ ਇਹ ਭਗਵਾਲਾ, ਇਹ 5 ਪਿੰਡ, ਹੁਣ 2-3 ਪਿੰਡਾਂ ਦੇ ਮੇਰੇ ਜਿਹਨ ਚੋਂ ਨਾਂ ਨਿਕਲੇ ਹੋਏ ਆ ਤੇ ਇਹ 5 ਪਿੰਡਾਂ ਦੀ ਜ਼ਮੀਨ ਜਿਹੜੀ ਹੈ ਬਾਬਾ ਗੁਰਦਿੱਤਾ ਜੀ ਨੇ ਜਾ ਕੇ ਸਿਲੈਕਟ ਕੀਤੀ ਕਿਉਂਕਿ ਆਉਣ ਵਾਲੇ ਸਮੇਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜਾਣੂ ਸਨ ਕਿ ਲੜਾਈਆਂ ਦਾ, ਜੰਗਾਂ ਯੁੱਧਾਂ ਦਾ ਸਮਾਂ ਆਉਣਾ ਹੈ। ਸੋ ਕੁਦਰਤੀ ਸੀ ਇੱਕ ਪਾਸੇ ਪਹਾੜੀ, ਉਹ ਵੀ ਸ਼ਰਧਾਲੂ ਗੁਰੂ ਪਾਤਸ਼ਾਹ ਦੇ, ਤੇ ਦੂਜੇ ਪਾਸੇ ਦਰਿਆ ਸਤਲੁਜ ਦਾ ਕੰਢਾ, ਇੱਕ ਸੁਹਾਵਣੀ ਬੜੀ ਧਰਤੀ ਸੀ। ਬਾਬਾ ਗੁਰਦਿੱਤਾ ਜੀ ਨੇ ਬਾਬਾ ਬੁੱਢਾ ਜੀ ਕੋਲ ਟਿਕਾਣਾ ਕੀਤਾ ਤੇ ਭਾਈ ਪੈਂਜੂ ਜੀ ਵੀ ਉਸ ਵੇਲੇ ਮਿਲੇ ਹੋਣੇ ਜਾਂ ਉਹਨਾਂ ਦੇ ਖਾਨਦਾਨ ਵਿੱਚੋਂ, ਤੇ ਇਹ ਜਗ੍ਹਾ ਸਿਲੈਕਟ ਕਰਕੇ 1627 ਵਿੱਚ ਇਸ ਦੀ ਨੀਂਹ ਬਾਬਾ ਗੁਰਦਿੱਤਾ ਜੀ, ਜੋ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚੋਂ ਵੀ ਇੱਕ ਬਾਬਾ ਗੁਰਦਿੱਤਾ ਜੀ ਹੋਏ, ਸ਼ਾਇਦ ਉਹ ਬਾਬਾ ਜੀ ਦੇ ਨਾਲ ਹੀ ਹੋਣ ਬਾਬਾ ਗੁਰਦਿੱਤਾ ਜੀ ਦੇ, ਤੇ ਇਹ ਮੋੜੀ ਗੱਡੀ ਗਈ ਔਰ 1635 ਈਸਵੀ ਵਿੱਚ ਸੱਚੇ ਪਾਤਸ਼ਾਹ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਫਿਰ ਇਸ ਸਥਾਨ ਤੇ ਪਹੁੰਚੇ ਨੇ। ਤੇ ਕੀਰਤਪੁਰ ਸਾਹਿਬ ਵਾਲੀਆਂ ਉਹੀ ਰੌਣਕਾਂ ਜਿਹੜੀਆਂ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹੁੰਦੀਆਂ ਸੀ, ਉਹੀ ਪ੍ਰੋਗਰਾਮ ਤੇ ਉਹੀ ਜਾਹੋ ਜਲਾਲ ਜਿਹੜਾ ਹੈ ਇਸ ਇਲਾਕੇ ਦੇ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਲੱਗਣੇ ਸ਼ੁਰੂ ਹੋ ਗਏ। 1635 ਵਿੱਚ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ। ਤੇ ਜੇਕਰ ਗੱਲ ਕੀਤੀ ਜਾਵੇ, ਤੁਸੀਂ ਪਹਿਲੇ ਦੱਸਿਆ ਸੀ ਕੀਰਤਪੁਰ ਸਾਹਿਬ ਦਾ ਪੁਰਾਤਨ ਨਾਮ ਕੀਰਤਨਪੁਰ ਸਾਹਿਬ, ਹਾਂਜੀ, ਉਹ ਕਿਸ ਤਰੀਕੇ ਨਾਲ ਕੀਰਤਨਪੁਰ ਤੋਂ ਕੀਰਤਪੁਰ ਸਾਹਿਬ ਬਣਾਇਆ ਜੀ? ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਪੈਂਜੂ ਦੇ ਘਰ ਪਹਿਲੀ ਵਾਰ ਇੱਥੇ ਆ ਕੇ ਕੀਰਤਨ ਕੀਤਾ ਸੀ। ਉਸ ਵੇਲੇ ਇਸ ਇਲਾਕੇ ਦਾ ਨਾਂ ਕੀਰਤਨਪੁਰ ਬਣ ਗਿਆ ਸੀ।
ਓਕੇ ਤੇ ਕੀਰਤਨਪੁਰ ਇਹ ਚੱਲਦਾ ਰਿਹਾ। ਪੁਰਾਤਨ ਬਜ਼ੁਰਗ ਕੀਰਤਨਪੁਰ ਸਾਹਿਬ ਇਹ ਕਹਿੰਦੇ ਹੁੰਦੇ ਸੀ। ਹੋਲੇ ਨੂੰ ਸਾਡੇ ਬਜ਼ੁਰਗ ਜਿਹੜੇ ਰਿਸ਼ਤੇਦਾਰ ਆਉਂਦੇ ਹੁੰਦੇ ਸੀ, ਉਹ ਗੱਲਾਂ ਕਰਦੇ ਕਰਦੇ ਦੱਸ ਦਿੰਦੇ ਸੀ ਪਹਿਲਾਂ ਕੀਰਤਨਪੁਰ ਗਏ। ਹੁਣ ਵੀ ਪੁਰਾਣੇ ਬਜ਼ੁਰਗ ਕਈ ਕੀਰਤਨਪੁਰੇ ਕਹਿੰਦੇ ਆ। ਜੀ ਪਰ ਗਿਆਨੀ ਗੁਰਮੁਖ ਸਿੰਘ ਮੁਸਾਫਰ ਕਹਿੰਦੇ ਆ, ਉਹਨਾਂ ਨੇ ਇਹ ਦੋ ਨਾਮ ਬਦਲੇ ਨੇ। ਆਨੰਦਪੁਰ ਸਾਹਿਬ, ਸਾਹਿਬ ਸ਼ਬਦ ਜਿਹੜਾ ਹੈ ਆਨੰਦਪੁਰ ਦੇ ਨਾਲ, ਉਹ ਵੀ ਉਸ ਵੇਲੇ ਲਾਇਆ ਗਿਆ। ਤੇ ਕੀਰਤਨ ਦਾ ਨੰਨਾ ਕੱਟ ਕੇ ਕੀਰਤਪੁਰ ਸਾਹਿਬ ਇਹ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਨੇ ਕੀਤਾ ਹੈ। ਸਾਡੇ ਮਾਸਟਰ ਸੱਚਖੰਡ ਵਾਸੀ ਮਾਸਟਰ ਸਰਦਾਰਾ ਸਿੰਘ ਜੀ ਕੋਹਲੀ ਹੁੰਦੇ ਸੀ, ਤੇ ਉਹ ਸਕੂਲ ਪੜ੍ਹਦੇ ਸਾਨੂੰ ਇਹ ਦੱਸਦੇ ਹੁੰਦੇ ਸੀ ਕਿ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਨੇ ਇਹ ਨੰਨਾ ਕੱਟ ਕੇ ਕੀਰਤਪੁਰ ਸਾਹਿਬ, ਤੇ ਆਹ ਆਨੰਦਪੁਰ ਸਾਹਿਬ ਜਿਹੜਾ ਹੈ ਪਹਿਲਾਂ ਆਨੰਦਪੁਰ ਹੀ ਸੀ ਮਖਵਾਲ ਤੋਂ ਸ਼ੁਰੂ ਹੋ ਕੇ, ਜੀ ਪਰ ਉਹਦੇ ਨਾਲ ਸਾਹਿਬ ਸ਼ਬਦ ਲਾ ਕੇ ਹੁਣ ਸਾਡੀ ਅਕਾਲੀ ਸਰਕਾਰ ਨੇ ਇਹ ਦੋਨਾਂ ਦੇ ਨਾਲ ਸ਼੍ਰੀ ਕੀਰਤਪੁਰ ਸਾਹਿਬ ਸ਼ਬਦ ਤੇ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਸ਼ਬਦ ਜਿਹੜਾ ਹੈ ਉਹ ਅਕਾਲੀ ਸਰਕਾਰ ਨੇ ਹੁਣੇ ਪਿਛਲੀ ਸਰਕਾਰ ਦੇ ਵਿੱਚ ਜੋੜਿਆ ਗਿਆ। ਤੇ ਇਸ ਅੱਗੇ ਤੋਰਦੇ ਹੋਏ ਤੇ ਉਹੀ ਜਿਹੜਾ ਪੁਰਾਣਾ ਸਵਾਲ ਸੀ ਕਿ ਗੁਰੂ ਹਰਗੋਬਿੰਦ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਸਮੇਂ ਇੱਥੋਂ ਦੀ ਧਾਰਮਿਕ ਸਥਿਤੀ ਕਿਵੇਂ ਦੀ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲਾਂ ਗੱਲ ਕਰ ਲਈਏ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸੀ ਗੁਰੂ ਹਰਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ 5 ਸਾਹਿਬਜ਼ਾਦੇ ਤੁਹਾਨੂੰ ਪਤਾ ਹੈ। ਸਭ ਤੋਂ ਵੱਡੇ ਬਾਬਾ ਸੂਰਜਮਲ ਜੀ, ਜੀ ਉਹਨਾਂ ਤੋਂ ਛੋਟੇ ਬਾਬਾ ਗੁਰਦਿੱਤਾ ਜੀ, ਜੀ ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ। ਜੀ ਸੋ ਕੁਦਰਤੀ ਗੱਲ ਹੈ, ਪਿਤਾ ਦੇ ਨਾਲ ਸਾਰਾ ਪਰਿਵਾਰ ਇੱਥੇ ਆ ਗਿਆ ਸੀ। ਬਿਲਕੁਲ ਉਹ 5 ਸਾਹਿਬਜ਼ਾਦੇ ਇਸ ਇਲਾਕੇ ਦੇ ਵਿੱਚ ਕੁਝ ਸਮਾਂ ਰਹੇ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ 1635 ਤੋਂ ਲੈ ਕੇ 1644 ਤੱਕ ਇਸ ਇਲਾਕੇ ਵਿੱਚ ਹੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਧਰਮ ਪ੍ਰਚਾਰ ਦੇ ਲਈ ਵਿਸ਼ੇਸ਼ ਉਦਮ ਉਪਰਾਲੇ ਕੀਤੇ, ਔਰ 4 ਧੂਣੇ ਜਿਹੜੇ ਹੈ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਦੇ ਵਿੱਚ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੋਂ ਹੀ ਸ਼ੁਰੂ ਕਰਵਾਏ ਸੀ, ਜਿਨ੍ਹਾਂ ਨੇ ਯੂਪੀ, ਬਿਹਾਰ, ਬੰਗਾਲ, ਜੰਮੂ ਕਸ਼ਮੀਰ ਤੇ ਇੱਧਰ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਦੇ ਲਈ ਬਹੁਤ ਵੱਡੇ ਵੱਡੇ ਸੈਂਟਰ ਕਾਇਮ ਕੀਤੇ ਸੀ। ਅੰਤ 3 ਮਾਰਚ 1644 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੱਥੇ ਹੀ ਜੋਤੀ ਜੋਤ ਸਮਾਏ। ਮੋਹਸਿਨ ਫਾਨੀ ਦਬਸਤਾਨੇ ਮਜ਼ਾਹਿਬ ਦਾ ਕਰਤਾ, ਜਿਹੜਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਮੁਸਲਮਾਨ ਸੀ, ਉਹ ਇਸ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਰਿਹਾ। ਤੇ ਉਹਨੇ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦਾ ਇੱਥੇ ਸਥਾਪਿਤ ਹੋਣ ਦੇ ਨਾਲ ਸਿੱਖੀ ਦਾ ਸੈਂਟਰ ਐਨੀ ਅਣਖ, ਐਨੀ ਜ਼ੁਰਤ ਭਰ ਗਈ ਸੀ ਪਹਾੜੀ ਰਾਜਿਆਂ ਦੇ ਵਿੱਚ ਕਿ ਉਹਨਾਂ ਨੇ ਦਿੱਲੀ ਵੱਲ ਝਾਕਣਾ ਹੀ ਛੱਡ ਦਿੱਤਾ ਸੀ, ਕਿਉਂਕਿ ਇੰਨਾ ਸਹਾਰਾ ਮਹਿਸੂਸ ਕੀਤਾ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਕਤੀਸ਼ਾਲੀ ਫੌਜ ਤੇ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਸ਼ਰਧਾਲੂ ਜਿਹੜੇ ਸਾਰੇ ਯੋਧੇ ਸ਼ਸਤਰਧਾਰੀ ਸਨ, ਤੇ ਇਹਨਾਂ ਪਹਾੜੀ ਲੋਕਾਂ ਵਿੱਚ ਵੀ ਹਿੰਮਤ ਭਰ ਦਿੱਤੀ। ਤੇ ਮੋਹਸਿਨ ਫਾਨੀ ਨੇ ਬੜੀ ਸਵਾਦਲੀ ਘਟਨਾ ਦਿੱਤੀ ਹੈ। ਕਹਿੰਦੇ ਮੇਰੇ ਸਾਹਮਣੇ ਇੱਕ ਪਹਾੜੀ ਰਿਆਸਤ ਦਾ ਰਾਜਾ ਆ ਕੇ ਪੁੱਛਦਾ, ਸੱਚੇ ਪਾਤਸ਼ਾਹ ਕੋਈ ਦਿੱਲੀ ਨਾਮ ਦਾ ਸ਼ਹਿਰ ਵੀ ਹੈ, ਉੱਥੇ ਦਾ ਬਾਦਸ਼ਾਹ ਕੌਣ ਹੈ, ਉਹ ਕਿਸ ਬਾਦਸ਼ਾਹ ਦਾ ਪੁੱਤਰ ਹੈ? ਜੀ ਤੇ ਮੋਹਸਿਨ ਫਾਨੀ ਕਹਿੰਦਾ ਵੀ ਐਨੀ ਇਸ ਇਲਾਕੇ ਵਿੱਚ ਜ਼ੁਰਤ ਭਰੀ ਜਾ ਚੁੱਕੀ ਸੀ ਵੀ ਦਿੱਲੀ ਵੱਲ ਝਾਕਣਾ ਹੀ ਛੱਡ ਦਿੱਤਾ ਸੀ। ਦਿੱਲੀ ਦਾ ਬਾਦਸ਼ਾਹ ਕੌਣ ਹੈ, ਐਡਾ ਬੜਾ ਹੋਵੇ ਹਿੰਦੁਸਤਾਨ ਦਾ, ਤੇ ਦਿੱਲੀ ਦਾ ਬਾਦਸ਼ਾਹ ਕੌਣ ਹੈ, ਕਿਸ ਬਾਦਸ਼ਾਹ ਦਾ ਪੁੱਤਰ, ਉਹਨੂੰ ਪੁੱਛਣਾ ਪਿਆ ਗੁਰੂ ਹਰਗੋਬਿੰਦ ਸਾਹਿਬ ਧਿਆਨ ਨਾਲ। ਤੇ ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜਦੋਂ 3 ਮਾਰਚ 1644 ਈਸਵੀ ਨੂੰ ਜੋਤੀ ਜੋਤ ਸਮਾਉਣ ਲੱਗੇ, ਉਹਨਾਂ ਨੇ ਗੁਰਗੱਦੀ ਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਬਾਬਾ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦੇ ਯੋਗ ਜਾਣ ਕੇ ਉਹਨਾਂ ਨੂੰ 7ਵੇਂ ਪਾਤਸ਼ਾਹ ਗੁਰਗੱਦੀ ਦੇ ਮਾਲਕ, ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਾ ਦਿੱਤਾ ਸੀ। ਸੋ 7ਵੇਂ ਪਾਤਸ਼ਾਹ ਨੇ ਵੀ ਆਪਣੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਉਹੀ ਤਖਤੋ ਤਾਜ ਵਾਲਾ ਜਾਹੋ ਜਲਾਲ ਕਾਇਮ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਸੀ ਕਿ 2200 ਘੋੜਸਵਾਰਾਂ ਦੀ ਤੁਸੀਂ ਤਿਆਰ ਬਰ ਤਿਆਰ ਫੌਜ ਹਰ ਵੇਲੇ ਆਪ ਆਪਣੇ ਪਾਸ ਰੱਖਣੀ, ਕਿਸੇ ਤੇ ਆਪ ਹਮਲਾ ਨਹੀਂ ਕਰਨਾ, ਪਰ ਜਿਹੜਾ ਤੁਹਾਡੇ ਤੇ ਹਮਲਾ ਕਰੇਗਾ ਉਹ ਆਪਣੇ ਆਪ ਹੀ ਜਾਣੀ ਖਤਮ ਹੋ ਜਾਏਗਾ, ਤੁਹਾਨੂੰ ਟੱਕਰਾ ਕਰਨ ਦੀ ਲੋੜ ਨਹੀਂ ਪਏਗੀ। ਸੋ 3 ਹਮਲਿਆਂ ਦਾ ਜ਼ਿਕਰ ਮਿਲਦਾ ਵੀ ਹੈ। ਇਹ ਤਿੰਨੇ ਜਰਨੈਲ, ਇੱਕ ਕੰਧਾਰ ਤੋਂ ਆਇਆ ਸੀ, ਇੱਕ ਸਹਾਰਨਪੁਰ ਤੋਂ ਆਇਆ ਸੀ, ਤੇ ਇੱਕ ਹੋਰ ਪੰਜਾਬ ਤੋਂ ਭੇਜਿਆ ਖਲੀਲ ਉੱਲਾ ਖਾਨ ਨੇ, ਜ਼ਬਰਦਸਤ ਖਾਨ, ਜ਼ਾਲਮ ਖਾਨ ਜਿਹੜਾ ਇੱਕ ਆਪਣਾ ਭੇਜਿਆ ਸੀ ਜਰਨੈਲ, ਉਹ ਤਿੰਨੇ ਰਸਤੇ 'ਚ ਮਰ ਗਏ। ਸੋ ਗੁਰੂ ਹਰਰਾਏ ਸਾਹਿਬ ਦਾ ਵੈਸੇ ਬੋਲਬਾਲਾ ਜਿਹੜਾ ਇਸ ਇਲਾਕੇ ਵਿੱਚ ਨਹੀਂ ਕੌਮੀ ਪੱਧਰ 'ਤੇ ਹੈਗਾ ਸੀ, ਕਿਉਂਕਿ ਗੁਰੂ ਹਰਰਾਏ ਸਾਹਿਬ ਨੇ ਕੇਵਲ 31 ਸਾਲ ਦੀ ਉਮਰ ਭੋਗੀ ਹੈ, ਪਰ ਉਹ 14 ਸਾਲ ਦੀ ਉਮਰ ਵਿੱਚ ਗੁਰਗੱਦੀ 'ਤੇ ਬਹਿ ਗਏ ਸੀ, ਔਰ 17 ਸਾਲ ਉਹਨਾਂ ਨੇ ਗੁਰਗੱਦੀ ਦੀ ਸੇਵਾ ਕੀਤੀ। ਇਹਦੇ 'ਚ ਗੁਰੂ ਹਰਰਾਏ ਸਾਹਿਬ ਦੀ ਬਹੁਤ ਵੱਡੀ ਦੇਣ ਹੈ। ਜਿੱਥੇ ਆਪ ਦੇਹਰਾਦੂਨ ਤੱਕ, ਬਲਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਕਿਲ੍ਹਾ ਹੈ ਬਹਾਦਰਗੜ੍ਹ
ਹਰਿਆਣੇ ਦੇ ਵਿੱਚ ਜੀ ਉਹਦੀ ਦੇਖ ਰੇਖ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅਗਵਾਈ ਥੱਲੇ ਹੋਈ। ਤੇ ਹੁਣ ਦੇ ਨਵੇਂ ਖੋਜੀਆਂ ਨੇ ਤਾਂ ਇਹ ਲਿਖਤਾ ਗੁਰੂ ਤੇਗ ਬਹਾਦਰ ਜੀ ਵੀ ਉੱਥੇ ਜਾਂਦੇ ਰਹੇ ਉਸ ਇਲਾਕੇ ਦੇ ਵਿੱਚ, ਜਾਣੀ ਉੱਥੇ ਤੱਕ ਬੋਲਬਾਲਾ ਜਿਹੜਾ ਸਾਡਾ ਕਿਲ੍ਹਾ 50 ਕਿਲੋਮੀਟਰ ਦੀ ਦੂਰੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਕਿਲ੍ਹਾ ਹੈ, ਜਿਹਦਾ ਮੁਖਲਿਸ ਗੜ੍ਹ ਤੋਂ ਨਾਂ ਬਦਲ ਕੇ ਖਾਲਸੇ ਦੀ ਰਾਜਧਾਨੀ ਇਹ ਬਣਾਇਆ ਸੀ। ਕਿਲ੍ਹੇ ਦਾ ਨਾਂ ਲੋਹਗੜ੍ਹ ਦਾ ਕਿਲ੍ਹਾ ਰੱਖਿਆ ਗਿਆ ਸੀ। ਜੀ ਸੋ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਕੀਰਤਪੁਰ ਦੀ ਰੱਖਿਆ ਲਈ 3 ਕਿਲ੍ਹੇ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਕਹਿੰਦੇ ਬਣ ਚੁੱਕੇ ਸੀ। ਜੀ ਉਹਨਾਂ 'ਚੋਂ ਇੱਕ ਤਾਂ ਦੌਲੋਵਾਲ ਪਿੰਡ ਦੇ ਵਿੱਚ ਮੈਨੂੰ ਲੱਗਦਾ ਉਹ ਗੁਰਦੁਆਰਾ ਕੰਘਾ ਸਾਹਿਬ ਹੈ, ਜਿਹਦਾ ਦੋਲੋਗੜ੍ਹ ਨਾਂ ਹੁੰਦਾ ਸੀ ਪਹਿਲਾਂ, ਦੌਲੋਵਾਲ ਪਿੰਡ ਦੇ ਵਿੱਚ। ਅਤੇ ਇੱਧਰ ਪਤਾਲਪੁਰੀ ਜਿਹੜਾ ਹੁਣ ਅਸੀਂ ਕੇਵਲ ਹੱਡੀਆਂ ਪਾਉਣ ਵਾਸਤੇ ਨਿਯਤ ਕਰ ਦਿੱਤਾ, ਦਰਅਸਲ ਇਹ ਪਤਾਲਗੜ੍ਹ ਕਿਲ੍ਹਾ ਸੀ ਜਿੱਥੇ ਸਿੱਕਾ ਬਰੂਦ ਹੁੰਦਾ ਸੀ। ਕੀਰਤਪੁਰ ਦੀ ਰੱਖਿਆ ਲਈ ਤੀਜਾ ਕਿਲ੍ਹਾ ਬੁੰਗਾ ਸਾਹਿਬ, ਜਿੱਥੇ ਹੁਣ ਵੀ ਉਹ ਘੋੜਿਆਂ ਦੇ ਜਿਹੜੇ ਹੈ ਖਾਣਾ ਖਾਣ ਦੇ ਉਹਨਾਂ ਨੂੰ ਜਿਹੜੀਆਂ ਬਣੀਆਂ ਹੋਦੀਆਂ ਅਤੇ ਦਾਣਾ ਛੋਲੇ ਘੋੜਿਆਂ ਵਾਸਤੇ ਰਗੜਨ ਵਾਸਤੇ ਚੱਕੀ। ਫਿਰ ਆਹ ਪਿੰਡ ਜਿੰਨੇ ਚੰਦਪੁਰ ਬੇਲਾ, ਗਜਪੁਰ ਬੇਲਾ, ਚਨੌਲੀ, ਇੱਥੇ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਬਣੀਆਂ ਹੋਈਆਂ। ਸਮੇਂ ਸਮੇਂ 'ਤੇ ਸੱਚੇ ਪਾਤਸ਼ਾਹ ਇਹਨਾਂ ਅਸਥਾਨਾਂ 'ਤੇ ਜਾਂਦੇ ਰਹੇ ਅਤੇ ਸਾਰਾ ਇਲਾਕਾ ਗੁਰੂ ਹਰਰਾਏ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਫਿਰ 9 ਲੱਖਾ ਬਾਗ ਵੀ ਇੱਥੇ ਹੀ ਹੈ। ਇਸ ਤੋਂ ਇਲਾਵਾ ਬੁੰਜਾ ਬਾਗ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਨੇ ਲਿਖਿਆ ਕਿ ਗੁਰੂ ਹਰਰਾਏ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਇੱਥੇ ਬਣਾਏ। ਦੁਨੀਆ ਦਾ ਉਸ ਵੇਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਹਸਪਤਾਲ ਵੀ 6ਵੇਂ 7ਵੇਂ 8ਵੇਂ ਪਾਤਸ਼ਾਹ ਦੇ ਸਮੇਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੁੰਦਾ ਸੀ, ਜਿੱਥੇ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਕੋਈ ਐਸੀ ਚੀਜ਼ ਕਹਿੰਦੇ ਸ਼ੇਰ ਦੀ ਮੁੱਛ ਦਾ ਬਾਲ ਖਿਲਾਤਾ ਪੁਲਾਓ ਦੇ ਵਿੱਚ, ਅਤੇ ਉਹ ਮਰਨ ਕਿਨਾਰੇ ਸੀ। ਹਿੰਦੁਸਤਾਨ 'ਚੋਂ ਦਵਾਈ ਕਿਤੇ ਨਹੀਂ ਮਿਲੀ, ਅਤੇ ਉਹ ਦਵਾਈ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਹਸਪਤਾਲ ਵਿੱਚੋਂ ਮਿਲੇ ਸੀ। ਅਤੇ ਗੁਰੂ ਪਾਤਸ਼ਾਹ ਇਹ ਦੇਖ ਰਹੇ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਜੰਗਾਂ ਯੁੱਧਾਂ ਦਾ ਹੀ ਬਣਨਾ ਹੈ, ਭਾਵੇਂ ਹੁਣ ਵਾਤਾਵਰਨ ਟਲ ਗਿਆ, ਪਰ ਸੱਚੇ ਪਾਤਸ਼ਾਹ ਇਸ ਪੱਖੋਂ ਸੁਚੇਤ ਸੀ। ਅਤੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਸਿੱਖੀ ਦੇ ਧਰਮ ਪ੍ਰਚਾਰ ਨੂੰ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ 4 ਧੂਣੇ ਕਾਇਮ ਕੀਤੇ ਸੀ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਦੇ ਵਿੱਚ, ਬਾਬਾ ਅਲਮਸਤ ਜੀ, ਬਾਬਾ ਬਾਲੂ ਹਸਨਾ ਜੀ, ਬਾਬਾ ਫੂਲ ਸ਼ਾਹ ਜੀ, ਅਤੇ ਇੱਦਾਂ ਹੀ ਇੱਕ ਨਾਮ ਹੋਰ ਹੈ, ਉਹ ਚਾਲੂ ਕੀਤੇ। ਉੱਥੇ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਨੇ 3 ਧੂਣੇ ਕਾਇਮ ਕੀਤੇ। ਉਹ 3 ਧੂਣਿਆਂ ਦੇ ਵਿੱਚ ਭਗਤ ਭਗਵਾਨ ਗਿਰ ਜੀ ਅਤੇ ਬਾਬਾ ਸੁਥਰੇ ਸ਼ਾਹ ਅਤੇ ਇੱਕ ਬਾਬਾ ਫੂਲ ਸ਼ਾਹ, ਇਹਨਾਂ ਨੇ ਜੰਮੂ ਕਸ਼ਮੀਰ ਤੋਂ ਲੈ ਕੇ ਬੜੀ ਦੂਰ ਦੂਰ ਤੱਕ, ਬਲਕਿ ਅਫਗਾਨਿਸਤਾਨ ਤੱਕ ਵੀ ਹਵਾਲੇ ਮਿਲਦੇ ਆ ਕਿ ਇਹਨਾਂ ਦੀ ਡਿਊਟੀ ਲੱਗੀ ਹੈ ਧਰਮ ਪ੍ਰਚਾਰ ਦੇ। ਇੱਕ ਸੈਂਟਰ ਐਸਾ ਸੀ ਭਗਤ ਭਗਵਾਨ ਜੀ ਦਾ, ਜਿਹੜਾ ਬੇਦੀ ਖਾਨਦਾਨ ਦੇ ਵਿੱਚੋਂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਈ 5ਵੀਂ 6ਵੀਂ ਪੀੜ੍ਹੀ ਦੇ ਪੋਤਰੇ ਸਨ, ਜਿਨ੍ਹਾਂ ਦੇ 360 ਡੇਰੇ ਉਦਾਸੀਆਂ ਦੇ ਇਹ ਯੂਪੀ, ਬਿਹਾਰ, ਬੰਗਾਲ ਦੇ ਵਿੱਚ ਸਨ। ਉਹ ਸਾਰੇ ਦੇ ਸਾਰੇ ਸੈਂਟਰ ਜਿਹੜੇ ਹੈ ਉਹ ਗੁਰੂ ਹਰਰਾਏ ਸਾਹਿਬ ਜੀ ਦੀ ਪਾਵਨ ਸ਼ਖਸੀਅਤ ਸਦਕਾ ਸਿੱਖੀ ਦੇ ਪ੍ਰਚਾਰ ਵਿੱਚ ਲੱਗ ਗਏ ਸੀ, ਜਿਨ੍ਹਾਂ ਨੇ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਕੇ, ਆਹੀ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਿ ਜਦੋਂ ਬਾਬਾ ਰਾਮ ਰਾਏ ਫੇਲ ਹੋ ਗਿਆ ਇਮਤਿਹਾਨ ਦੇ ਵਿੱਚੋਂ, ਗੁਰੂ ਹਰਰਾਏ ਸਾਹਿਬ ਦੀ ਥਾਂ 'ਤੇ ਗੁਰਗੱਦੀ ਦੇ ਮਾਲਕ ਗੁਰੂ ਹਰਰਾਏ ਸਾਹਿਬ ਨੇ ਆਪਣੀ ਗੱਦੀ ਦੇ ਮਾਲਕ ਆਪਣੇ ਛੋਟੇ ਬੇਟੇ ਗੁਰੂ ਹਰਕ੍ਰਿਸ਼ਨ ਜੀ ਨੂੰ ਬਣਾਇਆ। ਉਸ ਵੇਲੇ ਬਾਦਸ਼ਾਹ ਨੇ ਫੁੱਟ ਪਾਉਣ ਵਾਸਤੇ ਬਾਬਾ ਰਾਮ ਰਾਏ ਨੂੰ ਪੁੱਛਿਆ, ਚੱਲ ਤੂੰ ਆਪਣਾ ਡੇਰਾ ਚਲਾ, ਦੱਸ ਤੈਨੂੰ ਕਿੱਥੇ ਜਗੀਰ ਲਾਵਾਂ। ਅਤੇ ਉਸ ਵੇਲੇ ਗਿਆ, ਉਹਨੇ ਆਖਿਆ ਸੀ ਮੈਨੂੰ ਦੇਹਰਾਦੂਨ ਦੇ ਵਿੱਚ। ਇਹਦਾ ਮਤਲਬ ਉੱਥੇ ਤੱਕ ਉਹ ਜਾਂਦੇ ਆਉਂਦੇ ਸੀ, ਜਿਹਦੇ ਕਰਕੇ ਉੱਥੇ ਉਹਨਾਂ ਦਾ ਪ੍ਰਭਾਵ ਸੀ। ਅੱਜ ਮੈਨੂੰ ਵੀ ਕੋਈ ਕਹੇ ਵੀ ਤੈਨੂੰ ਸੈਂਟਰ ਇੰਚਾਰਜ ਬਣਾਉਣਾ ਅਤੇ ਦੱਸ ਕਿੱਥੇ ਭੇਜੀਏ, ਮੈਂ ਜਿੱਥੇ ਜਿੱਥੇ ਜਾਂਦਾ ਮੈਂ ਉੱਥੇ ਦਾ ਨਾਂ ਲਵਾਂਗਾ, ਉੱਥੇ ਮੇਰੇ ਸ਼ਰਧਾਲੂ। ਅਤੇ ਬਾਬਾ ਰਾਮ ਰਾਏ ਨੂੰ ਦੇਹਰਾਦੂਨ ਵਿੱਚ ਡੇਰਾ ਬਣਾਉਣ ਦਾ ਜਿਹੜਾ ਕਾਰਨ ਇਹੀ ਸੀ ਕਿ ਉੱਥੇ ਸਿੱਖੀ ਫੈਲ ਚੁੱਕੀ ਸੀ ਔਰ ਉੱਥੇ ਉਹਨੇ ਸੈਂਟਰ ਮੰਗਿਆ ਔਰ ਉੱਥੇ ਦੀ ਉਹ ਜਗੀਰ ਦਿੱਤੀ ਗਈ, ਜੋ ਅੱਜ ਤੱਕ ਉਹਨਾਂ ਦਾ ਡੇਰਾ ਉੱਥੇ ਚੱਲਦਾ ਹੈ। ਸੋ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਗੁਰੂ ਹਰਰਾਏ ਸਾਹਿਬ ਦਾ ਪ੍ਰਭਾਵ ਜਿਹੜਾ ਹੈ ਉਹ ਬੜੀ ਦੂਰ ਦੂਰ ਤੱਕ ਜਿਹੜਾ ਫੈਲ ਚੁੱਕਿਆ ਸੀ ਔਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿਹੜੀ ਸਿੱਖੀ ਉਹ ਵੱਧਦੀ ਜਾ ਰਹੀ ਸੀ ਔਰ ਫੈਲੀ ਹੋਈ ਸੀ। ਅਤੇ ਗੁਰੂ ਹਰਰਾਏ ਸਾਹਿਬ ਨੇ 17 ਸਾਲ ਗੁਰਗੱਦੀ ਦੀ ਸੇਵਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵੀ ਲਿਖਾਏ, ਬਾਣੀ ਦਾ ਸਤਿਕਾਰ ਕਿਵੇਂ ਕਰਨਾ, ਅਨੇਕਾਂ ਸਾਖੀਆਂ ਮਿਲਦੀਆਂ ਕਿ 10 ਗੁਰੂ ਸਾਹਿਬਾਨ ਨੇ ਹੀ ਦੇਹ ਨੂੰ ਕਦੇ ਗੁਰੂ ਨਹੀਂ ਕਿਹਾ, ਔਰ ਉਵੇਂ 7ਵੇਂ ਪਾਤਸ਼ਾਹ ਨੇ ਵੀ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਨੇ ਵੀ ਇਹੀ ਉਪਦੇਸ਼ ਦਿੱਤਾ ਕਿ ਬਾਣੀ ਦੇ ਨਾਲ ਜੁੜੋ ਅਤੇ ਬਾਣੀ ਦੇ ਸਰੂਪ ਅੱਗੇ ਚੱਲਦੇ ਰਹੇ। ਸੋ ਗੁਰੂ ਹਰਰਾਏ ਸਾਹਿਬ ਦੇ ਸਮੇਂ ਕਾਲ ਵੀ ਪਿਆ ਹੈ, ਮਾਝਾ, ਮਾਲਵਾ, ਦੁਆਬਾ ਤੱਕ। ਆਹ ਜਿਹੜੀਆਂ ਰਿਆਸਤਾਂ ਸਾਡੀਆਂ 3 ਨੇ, ਨਾਭਾ, ਜੀਂਦ ਅਤੇ ਪਟਿਆਲਾ, ਇਹ ਤਿੰਨੇ ਬਾਬਾ ਫੂਲ ਚੌਧਰੀ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਇਲਾਕੇ 'ਚ ਗਏ, ਉਹ ਭੁੱਖਾ ਪੇਟ ਆ ਕੇ ਵਜਾਉਣ ਲੱਗ ਪਿਆ। ਚੌਧਰੀ ਕਾਲੇ ਦਾ ਭਤੀਜਾ ਹੈ ਅਤੇ ਗੁਰੂ ਮਹਾਰਾਜ ਤਾਂ ਜਾਣੀ ਜਾਣ ਸੀ, ਸਿੱਖਿਆ ਸਿਖਾਇਆ ਬੱਚਾ ਜਦੋਂ ਸਾਹਮਣੇ ਪੇਟ ਵਜਾਵੇ
ਕਿਉਂਕਿ ਉਹਦਾ ਭਰਾ ਮਰ ਚੁੱਕਾ ਸੀ, ਇਹ ਭਤੀਜੇ ਲੱਗਦੇ ਸੀ। ਤੇ ਗੁਰੂ ਹਰਿਰਾਏ ਸਾਹਿਬ ਨੇ ਪੁੱਛਿਆ ਕੀ ਚਾਹੁੰਦਾ ਹੈ ਬੇਟਾ। ਤੇ ਉਸ ਵੇਲੇ ਸਿੱਖੇ ਸਿਖਾਏ ਨੇ ਕਿਹਾ ਮਹਾਰਾਜ ਮੇਰਾ ਢਿੱਡ ਭੁੱਖਾ। ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੇ ਤਾਂ ਖਾਨਦਾਨ ਦੀ ਚੜ੍ਹਦੀ ਕਲਾ ਹੋਣੀ, ਤੇਰੇ ਰਿਆਸਤਾਂ ਬਣ ਗਈਆਂ। ਸੋ ਫੂਲਕੀਆਂ ਰਿਆਸਤ ਦੇ 3 ਰਿਆਸਤਾਂ ਜਿਹੜੀਆਂ ਨਾਭਾ, ਜੀਂਦ ਤੇ ਪਟਿਆਲਾ, ਇਹ ਮਹਾਰਾਜਾ ਪਟਿਆਲਾ ਜਿਹੜੇ ਅੱਜ ਕੱਲ੍ਹ ਮੁੱਖ ਮੰਤਰੀ CM ਹੈ ਸਾਡੇ ਪੰਜਾਬ ਦੇ, ਇਹ ਗੁਰੂ ਹਰਿਰਾਏ ਸਾਹਿਬ ਜੀ ਦੀ ਬਖਸ਼ਿਸ਼ ਨਾਲ ਇਹਨਾਂ ਦੀ ਰਿਆਸਤ ਤੇ ਬਾਕੀ ਰਿਆਸਤਾਂ ਕਾਇਮ ਹੋਈਆਂ ਸੀ। ਸੋ ਇੱਥੋਂ ਪਤਾ ਲੱਗਦਾ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਗੁਰੂ ਸਾਹਿਬਾਨ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਰਹੇ ਸਨ। ਤੇ 7ਵੇਂ ਪਾਤਸ਼ਾਹ ਵੇਲੇ ਕੀਰਤਪੁਰ ਦਾ ਬੋਲਬਾਲਾ ਔਰ ਕਾਲ ਵੇਲੇ ਲੰਗਰਾਂ ਦੀ ਸੇਵਾ, ਕਿੱਥੇ ਤੱਕ ਜਾ ਕੇ ਸੇਵਾ, ਮਾਝਾ ਮਾਲਵਾ ਦੁਆਬਾ ਸਾਰਾ, ਉਹਦੇ ਕਰਕੇ ਸਿੱਖੀ ਦਾ ਬੋਲਬਾਲਾ ਸਭ ਪਾਸੇ ਸੀ। ਗੁਰੂ ਪਾਤਸ਼ਾਹ ਦੀ ਪਹੁੰਚ ਸਭ ਪਾਸੇ ਸੀ ਗੁਰੂ ਹਰਿਰਾਏ ਸਾਹਿਬ ਦੇ ਸਮੇਂ।